ਤੁਸੀਂ ਦੁਨੀਆ ਤੇ ਬਹੁਤ ਵੱਡੀਆਂ ਵੱਡੀਆਂ ਖੱਚਾਂ ਵੇਖੀਆਂ ਹੋਣੀਆਂ, ਲੇਕਿਨ ਇੱਕ ਖੱਚ ਅੱਜ ਮੈਂ ਤੁਹਾਨੂੰ ਵਿਖਾਉਣ ਲੱਗਾ। ਇਹ ਖੱਚ ਵੇਖ ਲਓ। ਨਾ ਹੈ ਜੀ ਇਸ ਭਾਈ ਸਾਹਿਬ ਦਾ ਮਾਸ਼ਾਅੱਲਾ ਬਹੁਤ ਹੀ ਸੋਹਣਾ ਅਲੀ, ਤੇ ਕੰਮ ਇਹਦੇ ਇਸ ਤਰ੍ਹਾਂ ਦੇ ਆ ਜਿਸ ਤਰ੍ਹਾਂ ਦੀ ਜ਼ਮਾਨੇ ਦੀ ਚਗਲ ਝੂਠ ਕਰਦੀ ਹੈ ਨਾ, ਉਹ ਕੰਮ ਇਹ ਕਰ ਰਿਹਾ। ਕਰ ਕੀ ਰਿਹਾ? ਇੱਕ ਐਸੇ ਰਿਸ਼ਤੇ ਨੂੰ ਬਦਨਾਮ ਕਰ ਰਿਹਾ ਜਿਹੜਾ ਕਿ ਬਹੁਤ ਹੀ ਇਹ ਕਹ ਲਓ ਕਿ ਪਿਆਰਾ ਰਿਸ਼ਤਾ ਆ, ਭੈਣ ਭਰਾ ਦਾ ਰਿਸ਼ਤਾ ਤੇ ਬੱਚਿਆਂ ਦੀ ਫੁੱਫੋ ਦਾ ਰਿਸ਼ਤਾ। ਹੁਣ ਮੈਂ ਤੁਹਾਨੂੰ ਇੱਕ ਸਭ ਤੋਂ ਪਹਿਲੇ ਮਿਸਾਲ ਦੇਣਾ ਚਾਹੁੰਦਾ ਕਿ ਇੱਕ ਜਗ੍ਹਾ ਹੈ ਜਿਹਦੇ 'ਚ ਇਹ ਕਿਹਾ ਗਿਆ ਕਿ ਜਦੋਂ ਵੀ ਤੁਸੀਂ ਦੇਖੋਗੇ ਤੁਹਾਡੇ ਘਰ ਤੋਂ ਰਹਿਮਤ ਉੱਠ ਗਈ ਆ ਤੇ ਆਪਣੀਆਂ ਭੈਣਾਂ ਦੀ ਦਾਵਤ ਕਰਿਆ ਕਰੋ, ਉਹਨਾਂ ਨੂੰ ਆਪਣੇ ਘਰ ਸੱਦਿਆ ਕਰੋ ਤਾਂ ਕਿ ਰੱਬ ਦੀ ਰਹਿਮਤ ਤੁਹਾਡੇ ਤੇ ਹੋ ਜਾਵੇ। ਅਲਫਾਜ਼ ਥੋੜੇ ਜਿਹੇ ਅੱਗੇ ਪਿੱਛੇ ਹੋ ਸਕਦੇ, ਲੇਕਿਨ ਇਸ ਦਾ ਮਫਹੂਮ ਇਹੀ ਆ ਕਿ ਆਪਣੀਆਂ ਭੈਣਾਂ ਨੂੰ ਆਪਣੇ ਘਰ ਬੁਲਾਇਆ ਕਰੋ, ਉਹਨਾਂ ਦੀ ਦਾਵਤ ਕਰਿਆ ਕਰੋ, ਉਹਨਾਂ ਦੇ ਬੱਚਿਆਂ ਦਾ ਖਿਆਲ ਰੱਖਿਆ ਕਰੋ। ਲੇਕਿਨ ਇਹ ਚਗਲ ਇਨਸਾਨ ਜਿਹੜਾ ਨਾ ਅਲੀ ਨਾਂ ਬਹੁਤ ਹੀ ਪਿਆਰਾ ਹੈ, ਲੇਕਿਨ ਇਸ ਬੰਦੇ ਨੇ ਇਸ ਨਾਂ ਦੀ ਲਾਜ ਵੀ ਨਹੀਂ ਰੱਖੀ। ਫੁੱਫੋ ਦਾ ਰੂਪ ਧਾਰ ਕੇ ਫੁੱਫੋ ਦੇ ਅੱਛਾ ਹੁਣ ਮੈਂ ਇੱਕ ਚੀਜ਼ ਹੋਰ ਧਾਰਨਾ ਕਰਨਾ ਚਾਹੁੰਦਾ ਕਿ ਇਹ ਜਿਹੜਾ ਫੁੱਫੋ ਦਾ ਰੂਪ ਧਾਰਦਾ, ਇਹਦੇ ਵਿੱਚ ਜਿਹੜੇ ਕੱਪੜੇ ਪਾਉਂਦਾ ਇਹ ਕਿਹਦੇ ਆ? ਕੱਪੜੇ ਪਾਉਂਦਾ ਮੋਟੇ ਮੋਟੇ, ਅੱਗੋਂ ਸੀਨੇ ਕੱਢ ਲੈਂਦਾ, ਮੋਟੇ ਮੋਟੇ ਬੰਬ ਕੱਢ ਲੈਂਦਾ ਪਿੱਛੋਂ, ਵੀ ਇਹ ਕਿਹਦੇ ਆ? ਇਹਦੇ ਘਰ ਦੇ ਵਿੱਚੋਂ ਹੀ ਆ ਨਾ ਕਿਸੇ ਦੇ। ਇਹ ਹੁਣ ਮੈਂ ਅੱਗੋਂ ਗੱਲ ਕਹਿਣਾ ਨਹੀਂ ਚਾਹੁੰਦਾ, ਤੁਸੀਂ ਆਪ ਸਮਝ ਲਓ ਵੀ ਘਰ ਦੇ ਕਿਹੜੇ ਫਰਦੇ ਹੋ ਸਕਦੇ ਜਿਹਦੇ ਕੱਪੜੇ ਪਾਉਂਦਾ ਤੇ ਲੋਕਾਂ ਨੂੰ ਦੱਸ ਰਿਹਾ ਕਿ ਮੇਰੇ ਘਰ ਦੇ ਲੋਕਾਂ ਦਾ ਫਿਗਰ ਇਹੋ ਜਿਹਾ। ਫੁੱਫੀ ਬਹੁਤ ਹੀ ਪਿਆਰਾ ਰਿਸ਼ਤਾ ਹੈ ਜੀ। ਇਹ ਕਹਿ ਲਓ ਕਿ ਫੁੱਫੀ ਉਹ ਹਸਤੀ ਹੈ ਜਿਹੜੀ ਕਿ ਆਪਣੇ ਭਰਾ ਦੇ ਬੱਚਿਆਂ ਦਾ ਗੂੰ ਮੂੰਹ ਧੋਂਦੀ ਆ। ਬੱਚਿਆਂ ਦੀ ਮਾਂ ਜਿਹੜੀ ਉਹ ਰੋਟੀਆਂ ਪਕਾ ਰਹੀ ਹੁੰਦੀ ਹੈ ਤੇ ਫੁੱਫੀ ਉਹਨਾਂ ਦੇ ਪਜਾਮੀਆਂ ਧੋ ਰਹੀ ਹੁੰਦੀ ਆ, ਉਹਨਾਂ ਦੇ ਟੱਟੀ ਪਿਸ਼ਾਬ ਧੋ ਰਹੀ ਹੁੰਦੀ ਆ। ਅਲਫਾਜ਼ ਮਾਜ਼ਰਤ ਚਾਹੁੰਦਾ ਕਿ ਫਿਰ ਅੱਜ ਇੱਕ ਅਜੀਬ ਜਿਹਾ ਟੌਪਿਕ ਹੈ, ਇਹਨੂੰ ਵੇਖ ਕੇ ਨਾ ਇਸ ਬੰਦੇ ਨੂੰ ਮੈਂ 2-3 ਸਾਲ ਤੋਂ ਵੇਖ ਰਿਹਾ। ਇਸ ਬੰਦੇ ਨੇ ਅਖੀਰ ਕੀਤੀ ਪਈ ਆ ਕਿ ਫੁੱਫੋ ਇਸ ਤਰ੍ਹਾਂ ਹੋ ਗਈ, ਫੁੱਫੋ ਇਸ ਤਰ੍ਹਾਂ ਹੋ ਗਈ, ਫੁੱਫੋ ਇਸ ਤਰ੍ਹਾਂ ਹੋ ਗਈ। ਲੋਕਾਂ ਨੂੰ ਇਸ ਰਿਸ਼ਤੇ ਤੋਂ ਇੰਨਾ ਕੁ ਗੁੰਮਰਾਹ ਕੀਤਾ ਜਾ ਰਿਹਾ, ਇੰਨਾ ਕੁ ਗੁੰਮਰਾਹ ਕੀਤਾ ਜਾ ਰਿਹਾ ਇਸ ਬੰਦੇ ਨੇ ਸਿਰਫ ਚੰਦ ਡਾਲਰ ਦੀ ਖਾਤਰ। ਤੇ ਉਹੋ ਜਿਹੀਆਂ ਚਗਲਾਂ ਉਹ ਆ ਜਿਹੜੀਆਂ ਇਹਨੂੰ ਸੁਣਦੀਆਂ ਆ, ਸੁਣ ਕੇ ਤੇ ਇਹਨੂੰ ਕਹਿੰਦੀਆਂ ਵਾਹ ਜੀ ਵਾਹ ਤੂੰ ਕਮਾਲ ਕਰ ਦਿੱਤਾ। ਦੇਖੋ ਭਰਾ ਨੂੰ ਭਤੀਜਿਆਂ ਨੂੰ ਫੁੱਫੋ ਉਦੋਂ ਹੀ ਭੈੜੀ ਲੱਗਦੀ ਜਦੋਂ ਫੁੱਫੋ ਆਪਣਾ ਹਿੱਸਾ ਮੰਗਦੀ ਆ, ਤੇ ਆਪਣੇ ਹਿੱਸੇ ਵਾਸਤੇ ਜਦੋਂ ਆ ਕੇ ਕਹਿੰਦੀ ਹੈ ਕਿ ਮੈਨੂੰ ਮੇਰਾ ਹਿੱਸਾ ਦੇ ਦਿਓ, ਉਦੋਂ ਇਹਨਾਂ ਨੂੰ ਲੱਗਦਾ ਕਿ ਫੁੱਫੋ ਸਾਡੀ ਜ਼ਹਿਰ ਆ। ਇਸ ਬੰਦੇ ਦਾ ਵਾਲਿਦ ਪਤਾ ਨਹੀਂ ਜੀਂਦਾ ਜਾਂ ਨਹੀਂ ਜੀਂਦਾ, ਜੇ ਜੀਂਦਾ ਹੋਵੇ ਤੇ ਇਹਨੂੰ ਜੁੱਤੀਆਂ ਮਾਰ ਕੇ ਘਰੋਂ ਕੱਢ ਦੇਵੇ ਕਿ ਭੈਣ ਉਹਦੀ ਭੈਣ ਦੇ ਬਾਰੇ 'ਚ ਇਹੋ ਜਿਹੀਆਂ ਗੱਲਾਂ ਕਰੀ ਜਾਣ ਡਿਆ। ਫਿਰ ਮੈਂ ਉਹੀ ਗੱਲ ਤੁਹਾਨੂੰ ਦੁਬਾਰਾ ਕਰ ਰਿਹਾ ਕਿ ਜਿਹੜੇ ਕੱਪੜੇ ਇਸਤੇਮਾਲ ਕਰ ਰਹੇ, ਕੱਪੜਿਆਂ ਦਾ ਫਿਗਰ ਵੇਖੋ ਵੀ ਇਹ ਕਿਹਦੇ ਹੋ ਸਕਦੇ ਆ। ਫਿਰ ਉਹ ਕੱਪੜੇ ਪਾ ਕੇ ਪਹਿਲੇ ਜ਼ਮਾਨੇ 'ਚ ਹੁੰਦਾ ਸੀਗਾ, ਔਰਤਾਂ ਪਿੰਡਾਂ 'ਚ ਥਾਵਾਂ 'ਚ ਕੰਮ ਕਰਦੀਆਂ ਸੀਗੀਆਂ, ਕੰਮ ਕਰਕੇ ਉਹ ਜਿਸਮ ਜਿਹੜੇ ਸੀ ਨਾ ਉਹ ਨਾਰਮਲ ਰਹਿੰਦੇ ਸੀਗੇ। ਲੇਕਿਨ ਅੱਜ ਕੱਲ੍ਹ ਉਹ ਕੰਮਕਾਰ ਵਾਸਤੇ ਮਸ਼ੀਨਾਂ ਆ ਗਈਆਂ, ਸਾਰੇ ਕੰਮ ਹੱਥੋਂ ਹੱਥੀ ਹੋ ਜਾਂਦੇ ਆ, ਲੇਕਿਨ ਔਰਤਾਂ ਘਰ 'ਚ ਵਿਹਲੀਆਂ ਤੇ ਉਹ ਕੁਛ ਅਜ਼ਾ ਜਿਹੜੇ ਨਾ ਉਹ ਮੋਟਾਪਾ ਆ ਜਾਂਦਾ, ਚਰਬੀ ਹੋ ਜਾਂਦੀ ਹੈ ਜੀ। ਲੇਕਿਨ ਇਹ ਉਹੋ ਜਿਹੇ ਰੂਪ ਬਣਾਉਂਦਾ ਆ ਕਿ ਜਿਹੜੀਆਂ ਗੰਦੀਆਂ ਵੀਡੀਓ ਵੇਖਣ ਨਾਲੋਂ ਵੀ ਭੈੜੇ ਹੁੰਦੇ ਆ। ਇੱਕ ਪਾਸੇ ਸਾਡੇ ਟੀਵੀ ਡਰਾਮੇ ਜਿਹੜੇ ਆ ਉਹਨਾਂ ਨੇ ਅਖੀਰ ਕੀਤੀ ਆ। ਟੀਵੀ ਡਰਾਮਿਆਂ ਨੇ ਕੀ ਕੀਤਾ ਪਿਆ? ਟੀਵੀ ਡਰਾਮੇ ਤਲਾਕ ਵਿਖਾਤੀ, ਭਰਜਾਈ ਦੇਵਰ ਨਾਲ ਫਸੀ ਹੋਈ ਆ, ਸਾਲੀ ਆਪਣੇ ਬਹਿਨੋਈ ਨਾਲ ਫਸੀ ਹੋਈ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਸਾਨੂੰ ਟੀਵੀ ਡਰਾਮੇ ਵਿਖਾ ਰਹੇ ਆ। ਤੇ ਦੂਸਰੇ ਪਾਸੇ ਅਗਰ ਕੋਈ ਰਿਸ਼ਤਾ ਬਚਿਆ ਸੀਗਾ ਤੇ ਉਹ ਐਸ ਬਗੈਰਤ ਨੇ ਖਰਾਬ ਕਰਕੇ ਰੱਖਿਆ ਆ। ਆਉਣ ਵਾਲੀ ਨਸਲ ਨੂੰ ਕੀ ਪੈਗਾਮ ਦੇ ਰਿਹਾ ਆ ਕਿ ਫੁੱਫੋ ਜਦੋਂ ਆ ਜਾਵੇ ਉਦੋਂ ਹੀ ਫੁੱਫੋ ਬੁਰੀ ਹੈ। ਭੈਣਾਂ ਤੇ ਭਰਾਵਾਂ ਵਾਸਤੇ ਆਪਣੀ ਜਾਨ ਕੁਰਬਾਨ ਕਰ ਦਿੰਦੀਆਂ ਆ, ਭਤੀਜਿਆਂ ਵਾਸਤੇ ਜਾਨ ਕੁਰਬਾਨ ਕਰ ਦਿੰਦੀਆਂ। ਭਰਾ ਮਰ ਜਾਵੇ ਨਾ ਤੇ ਉਹਦੇ ਮੰਜੀ ਦੇ ਲਾਗੇ ਭਰਾ ਨਹੀਂ ਬਹਿ ਕੇ ਰੋਂਦੇ ਕਦੀ ਵੀ, ਉਹ ਭੈਣਾਂ ਹੀ ਹੁੰਦੀਆਂ ਜਿਹੜੀਆਂ ਆ ਕੇ ਭਰਾ ਨੂੰ ਰੋਂਦੀਆਂ ਕਿ ਹੁਣ ਅਸੀਂ ਕਿਹਦੇ ਬੂਹੇ ਤੇ ਆਵਾਂਗੇ। ਲੇਕਿਨ ਭਤੀਜੇ ਜੇ ਇਹੋ ਜਿਹੇ ਬਗੈਰਤ ਹੋਣ ਤੇ ਉਹ ਰੋਣ ਵੀ ਨਹੀਂ ਆਉਂਦੀਆਂ, ਉਹ ਕਹਿੰਦੀਆਂ ਠੀਕ ਆ ਭਰਾ ਮਰ ਗਿਆ ਤਾਂ ਮਿੱਟੀ ਪਾ ਦਿਓ। ਤੇ ਇਸ ਬੰਦੇ ਦੀ ਮੈਨੂੰ ਲੱਗਦਾ ਜਾਂ ਤੇ ਇਹਦੇ ਖੂਨ 'ਚ ਕੋਈ ਖਰਾਬੀ ਆ ਕਿ ਇਹਦੀ ਫੁੱਫੀ ਜਿਹੜੀ ਆ ਇਹਨਾਂ ਦੇ ਨਾਲ ਕੀ ਕਰ ਗਈ ਆ। ਵੀ ਤੇਰੀ ਫੁੱਫੀ ਖਰਾਬ ਆ, ਤੂੰ ਆਪਣੀ ਫੁੱਫੀ ਦਾ ਹਿਸਾਬ ਲਾ, ਲੋਕਾਂ ਦੀਆਂ ਫੁੱਫੀਆਂ ਹੁੰਦੇ ਨਾ ਬੁਰਾ ਕਹਿ। ਇਹੋ ਜਿਹਾ ਚਗਲ ਇਨਸਾਨ। ਹੁਣ ਇਹਦੀਆਂ ਤਸਵੀਰਾਂ ਤੁਸੀਂ ਚਾਹੁੰਦੇ ਕਿ ਵੇਖੀਆਂ ਵੀ ਕਿਹੋ ਜਿਹੇ ਰੂਪ ਬਣਾਉਂਦਾ ਆ, ਕੀ ਕੁਛ ਕਰਦਾ ਆ। ਸੋਹਣੀ ਸ਼ਕਲ ਆ, ਸੋਹਣਾ ਰੂਪ ਆ। ਤੂੰ YouTube ਤੇ ਕੰਮ ਕਰਨਾ, TikTok ਤੇ ਕੰਮ ਕਰਨਾ, ਕੋਈ ਇਹੋ ਜਿਹਾ ਕੰਮ ਕਰਕੇ ਦੁਨੀਆ ਤੈਨੂੰ ਤੇਰੇ ਮਰਨ ਤੋਂ ਬਾਅਦ ਵੀ ਯਾਦ ਰੱਖੇ। ਤੂੰ ਕਦੀ ਆਪਣੀ ਵੀਡੀਓ ਦੇ ਕਮੈਂਟ ਪੜ੍ਹਿਆ ਕਿ ਲੋਕ ਤੈਨੂੰ ਕਿੰਨੀਆਂ ਗਾਲਾਂ ਕੱਢਦੇ ਆ, ਕਿੰਨਾ ਤੈਨੂੰ ਬੁਰਾ ਭਲਾ ਕਰਦੇ ਆ? ਜੇ ਕਿਸੇ ਇੱਕ ਵੀਡੀਓ ਤੇ ਪੜ੍ਹ ਲਵੇਂ ਨਾ ਕਮੈਂਟ ਤੇ, ਜੇ ਗੈਰਤ ਵਾਲਾ ਹੋਵੇ
ਤੇ ਮੁੜ ਕੇ ਅਗਲੀ ਵੀਡੀਓ ਤੇਰੀ ਫੁੱਫੋ ਤੇ ਨਾ ਆਵੇ। ਲੇਕਿਨ ਤੈਨੂੰ ਤੇ ਬਗੈਰਤੀ ਆ, ਤੂੰ ਕਿਹੜਾ ਪੜ੍ਹਨੇ ਆ? ਜੇ ਪੜ੍ਹ ਵੀ ਲੈ ਤੇ ਮਾਸ਼ਾਅੱਲਾ ਗੈਰਤ ਤੇ ਹੈ ਹੀ ਨਹੀਂਗੀ। ਜੇ ਗੈਰਤ ਜ਼ਰਾ ਵੀ ਹੈਗੀ ਆ ਤੇ ਇਸ ਕਰੈਕਟਰ ਦੀ ਜਿਹੜੀ ਰਿਐਲਿਟੀ ਆ ਉਹ ਲੋਕਾਂ ਨੂੰ ਵਹਾ ਕਿ ਇਹ ਕਰੈਕਟਰ ਆਪਣੇ ਭਰਾ ਨਾਲ ਤੇ ਆਪਣੇ ਭਤੀਜਿਆਂ ਨਾਲ ਕਿੰਨਾ ਪਿਆਰ ਕਰਦਾ ਆ। ਉਹ ਫੁੱਫੀ ਤੇ ਘਰ ਦੀ ਸ਼ਾਨ ਹੁੰਦੀ ਆ। ਅੱਛਾ, ਇਹ ਹੋ ਗਈ ਜੀ ਫੁੱਫੀ ਇਹਦੇ ਪਿਓ ਦੀ ਭੈਣ। ਜਿਹੜੀ ਇਹਦੀ ਮਾਂ ਆ ਉਹ ਕਿਸੇ ਦੀ ਫੁੱਫੀ ਨਹੀਂ ਹੈਗੀ। ਮੈਨੂੰ ਲੱਗਦਾ ਇਸ ਖਾਨਦਾਨ ਨੂੰ ਸਾਰਿਆਂ ਨੇ ਨਾ ਤਲਾਕ ਦਿੱਤੀ ਆ ਤੇ ਇਹ ਲੈਦੇ ਹੀ ਰਹਿੰਦੇ, ਨਾ ਭਰਾ ਦੀਆਂ ਫੁੱਫੀਆਂ ਭੈਣਾਂ ਹੈਗੀਆਂ ਤੇ ਨਾ ਮਾਂ ਦੇ ਭਰਾ ਹੈਗੇ ਆ। ਇਹਦੇ ਖੁਨਵਾਦੇ ਦੇ ਵਿੱਚ ਕੋਈ ਗੈਰਤ ਹੋਵੇ ਨਾ ਤੇ ਇਹਦੇ ਜਿਹੜੇ ਮਾਮੇ ਆ ਨਾ ਉਹਨਾਂ ਦੇ ਪੁੱਤਰ ਵੀ ਇਹੋ ਜਿਹੀਆਂ ਵੀਡੀਓ ਪਾਉਣ ਲੱਗ ਪੈਣ, ਤੇ ਮੈਂ ਕਹਿੰਦਾ ਚੱਸ ਆ ਜਾਵੇ, ਨਾਲੇ ਇਸ ਗੈਰਤ ਆ ਜਾਵੇ। ਇਹਦੀ ਮਾਂ ਨੂੰ ਵੀ ਪਤਾ ਲੱਗ ਜਾਵੇ ਕਿ ਮੇਰਾ ਪੁੱਤਰ ਕੀ ਕਰ ਰਿਹਾ। ਤੇ ਅੱਜ ਕੱਲ ਇਹਨੇ YouTube ਤੇ ਚੈਨਲ ਬਣਾਇਆ, ਉਹ ਚੱਲਿਆ ਨਹੀਂਗਾ। ਕੁਛ ਦਿਨ ਇਹ ਵਿਹਲੇ ਮੁੰਡੇ ਦੇ ਮਗਰ ਹੋਇਆ ਰਿਹਾ, ਉਹਨੇ ਇੰਜ ਕਰਤਾ ਤੇ ਉਹਨੇ ਇੰਜ ਕਰਤਾ, ਤੇ ਹੁਣ ਆ ਕੇ ਆਪਣੀ ਬੇਗਮ ਜਿਹੜੀ ਉਹ ਨੈਟ ਤੇ ਲੈ ਆਇਆ। ਮੇਰਾ ਇਹ ਕਹਿ ਲਓ ਕਿ ਦਿਲ ਦੁਖ ਰਿਹਾ ਕਿ ਕੀ ਕਰ ਕੀ ਰਿਹਾ। ਹਾਂ ਠੀਕ ਆ, ਭੈਣਾਂ ਭਰਾਵਾਂ ਦੇ ਕੁਛ ਤਨਾਜ਼ਾਤ ਹੁੰਦੇ ਆ, ਲੇਕਿਨ ਫੁੱਫੀਆਂ ਏਡੀਆਂ ਚਗਲ ਨਹੀਂ ਹੁੰਦੀਆਂ ਜਿੰਨੀਆਂ ਇਹ ਵਿਖਾਈ ਜਾਂਦਾ। ਫੁੱਫੀ ਜੇ ਮਾਸੀ ਬਣ ਜਾਵੇ ਤੇ ਠੀਕ ਆ, ਜੇ ਪਿਓ ਦੀ ਭੈਣ ਬਣ ਜਾਵੇ ਤੇ ਫੇਰ ਖਰਾਬ ਆ, ਮਾਂ ਦੀ ਭੈਣ ਬਣ ਜਾਵੇ ਤੇ ਠੀਕ ਆ। ਅਲੀ ਭਾਈ ਆਪਣਾ ਕੋਈ ਕਿਬਲਾ ਦਰੁਸਤ ਕਰੋ। ਇਹ ਜਿਹੜਾ ਗਲਤ ਕੰਮ ਸ਼ੁਰੂ ਕੀਤਾ ਨਾ ਇਹ ਨਾ ਸ਼ੁਰੂ ਕਰੋ। ਮੈਂ ਕੱਲ ਹੀ ਇੱਕ ਵੀਡੀਓ ਵੇਖੀ ਜਿਹਦੇ ਵਿੱਚ ਇੱਕ ਆਪਣੇ ਅਲੀ ਭਾਈ ਹੋਰ ਵੀ ਹੈਗੇ ਗੱਜੇ ਜੇ, ਉਹਨਾਂ ਦੀ ਇੱਕ ਵੀਡੀਓ ਨਹਾਇਤ ਹੀ ਜ਼ਬਰਦਸਤ ਪਿਆਰੀ ਸੀਗੀ। ਉਹ ਕੀ ਵੀਡੀਓ ਕੀ ਹੈ ਤੁਹਾਨੂੰ ਸੁਣਾ ਦਿੰਦਾ ਕਿ ਉਹਦੀਆਂ ਜਿਹੜੀ ਬੇਗਮ ਆ ਨਾ ਉਹ ਦੋਨੋਂ ਆਪਸ ਵਿੱਚ ਗੱਪ ਲਾ ਰਹੇ ਆ ਤੇ ਉਹ ਕਹਿੰਦਾ ਜੀ ਭੈਣਾਂ ਬਹੁਤ ਖੁਸ਼ ਗਈਆਂ, ਉਹਨਾਂ ਨੂੰ ਬਹੁਤ ਹੱਸਦੀਆਂ ਖੁਸ਼ਦੀਆਂ ਵਸਦੀਆਂ ਗਈਆਂ ਅੱਜ। ਤੇ ਬੇਗਮ ਸੜੀ ਹੋਈ ਕਹਿੰਦੀ ਆ ਕਿ ਤੁਸੀਂ ਉਹਨਾਂ ਦੀ ਦਾਵਤ ਕਰਤੀ, ਉੱਤੋਂ ਉਹਨਾਂ ਦੀ ਤੁਸੀਂ ਉਹ ਕੱਪੜਿਆਂ ਦੇ ਸੂਟ ਵੀ ਲੈਤੇ, ਤੇ ਫਿਰ ਰਹਿੰਦੀ ਸਹਿੰਦੀ ਗੱਲ ਉਹਨਾਂ ਨੂੰ ਜਾਂਦਿਆਂ ਪੈਸੇ ਵੀ ਦਿੱਤੇ ਆ। ਤੇ ਜੇ ਇਹੀ ਪੈਸੇ ਤੁਸੀਂ ਇਕੱਠੇ ਕਰਦੇ ਤੇ ਆਪਣੇ ਬੱਚਿਆਂ ਦੀ ਫੀਸ ਪੂਰੀ ਹੋ ਸਕਦੀ ਸੀ। ਉਹ ਕਹਿੰਦਾ ਕਮਲੀਏ ਤੂੰ ਨਹੀਂ ਸਮਝੀ, ਆਪਣੇ ਘਰ ਚੋਂ ਰਹਿਮਤ ਉੱਠੀ ਸੀਗੀ ਤੇ ਮੈਂ ਆਪਣੀਆਂ ਭੈਣਾਂ ਨੂੰ ਸੱਦ ਕੇ ਉਹਨਾਂ ਦੀ ਦਾਵਤ ਕੀਤੀ ਤਾਂ ਕਿ ਸਾਡੇ ਘਰ 'ਚ ਰਹਿਮਤ ਆ ਜਾਵੇ। ਤੇ ਅੱਜ ਸਵੇਰੇ ਮੈਂ ਦੁਕਾਨ ਤੇ ਗਿਆ ਤੇ ਮੈਨੂੰ ਫਲਾਂ ਬੰਦਾ ਆਇਆ ਤੇ ਉਹਨੇ ਆ ਕੇ ਮੇਰੇ ਸਮੋਸੇ ਖਾਦੇ ਇੱਕ ਪਲੇਟ, ਤੇ ਉਹਨੇ ਖਾ ਕੇ ਦੇਖਿਆ ਟੇਸਟ ਬਹੁਤ ਹੀ ਅੱਛਾ ਆ, ਤੇ ਉਹ ਮੈਨੂੰ ਡੇਲੀ ਦੇ 500 ਸਮੋਸੇ ਦਾ ਆਰਡਰ ਦੇ ਗਿਆ। 500 ਸਮੋਸੇ ਦਾ ਮਤਲਬ ਪਤਾ ਕਿੰਨੇ ਪੈਸੇ ਬਣਦੇ ਆ? ਇੰਨੇ ਸਮੋਸੇ ਤਾਂ ਮੈਂ ਰੋਜ਼ਾਨਾ ਵੈਸੇ ਨਹੀਂ ਕੱਢਦਾ ਵੇਚਣ ਵਾਸਤੇ, ਜਿੰਨੇ ਉਹ ਆਰਡਰ ਮੈਨੂੰ ਮਿਲ ਗਿਆ। ਔਰ ਇਹ ਮੇਰੇ ਰੱਬ ਦੀ ਰਹਿਮਤ ਹੋਈ ਆ। ਮੈਂ ਆਪਣੀਆਂ ਭੈਣਾਂ ਦੇ ਨਾਲ ਅੱਛਾ ਇਖਲਾਕ ਕੀਤਾ, ਉਹਨਾਂ ਦੀਆਂ ਦੁਆਵਾਂ, ਉਹਦੀ ਵਜ੍ਹਾ ਨਾਲ ਸਾਰੀ ਰਹਿਮਤ ਹੋਈ ਆ। ਤੇ ਮੈਂ ਅਪਰੀਸ਼ੀਏਟ ਕਰਨਾ ਚਾਹੁੰਦਾ ਇਹੋ ਜਿਹੇ ਕੰਟੈਂਟ ਬਣਾਉਣ ਵਾਲਿਆਂ ਨੂੰ ਕਿ ਜਿਹੜੇ ਇਹੋ ਜਿਹਾ ਕੰਟੈਂਟ ਬਣਾ ਕੇ ਮੁਆਸ਼ਰੇ ਦੀ ਇਸਲਾਹ ਕਰਦੇ ਆ, ਨਾ ਕਿ ਇਹ ਬਗੈਰਤ ਵਰਗੇ ਜਿਹੜੇ ਹੁੰਦੇ ਆ ਕਿ ਹਰ ਸ਼ੈ ਦੀਆਂ ਲੀਰਾਂ ਹੀ ਲਾਈ ਜਾਣੀਆਂ। ਉੱਥੇ ਉਹਨੇ ਫਿਰ ਅਲੀ ਨੇ ਆਪਣੀ ਬੇਗਮ ਨੂੰ ਲੱਖ ਰੁਪਈਆ ਵੀ ਦਿੱਤਾ। ਉਹਨੇ ਕਿਹਾ ਆ ਫੜ, ਬੱਚਿਆਂ ਦੀਆਂ ਫੀਸਾਂ ਵੀ ਦੇ ਲਾ ਤੇ ਇਹ ਜਿਹੜੇ ਤੇ ਕੱਪੜੇ ਕੁਪੜੇ ਆ ਸਰਦੀਆਂ ਵਾਲੇ ਉਹ ਵੀ ਲੈ ਲੈ, ਕਿਉਂਕਿ ਸਰਦੀ ਆ ਰਹੀ ਆ। ਮੈਨੂੰ ਇਹ ਆਰਡਰ ਜਿਹੜਾ ਮਿਲ ਗਿਆ ਨੇ ਬਹੁਤ ਵੱਡਾ ਆ, ਇਹ ਰੱਬ ਦੀ ਰਹਿਮਤ ਹੋ ਗਈ ਆ। ਤੇ ਇਸ ਵਾਲੀ ਜਿਹੜਾ ਚਗਲ ਆ ਇਹਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਕੋਈ ਪੋਜ਼ਿਟਿਵ ਚੀਜ਼ ਵਿਖਾ ਲਾ। ਤੂੰ ਜ਼ਰੂਰੀ ਲੋਕਾਂ ਦੇ ਕੀੜੇ ਕੱਢਣੇ ਆ? ਤੈਨੂੰ ਹੋਰ ਕੋਈ ਕੰਮ ਨਹੀਂ ਹੈਗਾ ਦੁਨੀਆ 'ਚ? ਤੇਰੇ ਕੋਲ ਕੋਈ ਆਪਣਾ ਕੰਟੈਂਟ ਨਹੀਂ ਹੈਗਾ, ਸਿਰਫ ਫੁੱਫੋ ਨੂੰ ਹੀ ਬੁਰਾ ਭਲਾ ਕਹਿਣਾ? ਇਹਦੇ ਨਾਲ ਤਾਂ ਚੰਗਾ ਕਿਤੇ ਜਾ ਕੇ ਇੱਟਾਂ ਚੁੱਕ ਲਾ, ਤਗਾਰੀ ਚੁੱਕ ਲਾ, ਮਜ਼ਦੂਰੀ ਕਰ ਲਾ। ਉਹ ਸ਼ਾਮ ਨੂੰ ਨਿਆਣੇ ਇਹ ਤਾਂ ਕਹਿਣਗੇ ਸਾਡੇ ਪਿਓ ਨੇ ਮਿਹਨਤ ਕੀਤੀ ਹੈ, ਹਲਾਲ ਦੀ ਕਮਾਈ ਆ, ਨਾ ਕਿ ਇੱਥੇ ਬਗੈਰਤੀ ਫੈਲਾਈ ਆ, ਰਿਸ਼ਤਿਆਂ ਦਾ ਤਕੱਦਸ ਖਰਾਬ ਕੀਤਾ। ਮੇਰੇ ਇਸ ਵੀਡੀਓ ਬਣਾਉਣ ਦਾ ਹਰਗਿਜ਼ ਮਕਸਦ ਨਹੀਂ ਹੈਗਾ ਕਿ ਮੈਂ ਕਿਸੇ ਦੀ ਬੇਇੱਜ਼ਤੀ ਕਰਾਂ, ਲੇਕਿਨ ਇਸ ਯੂਟਿਊਬਰ ਨੇ ਇੱਕ ਇੰਤਹਾ ਦੀ ਬਗੈਰਤੀ ਕਰਤੀ ਸੀਗੀ। ਬਾਕੀ ਤੁਸੀਂ ਆਪਣੀ ਰਾਏ ਕਮੈਂਟ 'ਚ ਜ਼ਰੂਰ ਦੇਣਾ। ਅਗਰ ਮੇਰੀ ਵੀ ਕਿਤੇ ਗਲਤੀ ਹੋਵੇ ਤਾਂ ਜ਼ਰੂਰ ਦੱਸਣਾ, ਮੈਂ ਜ਼ਰੂਰ ਉਸ ਤੇ ਨਜ਼ਰਸਾਨੀ ਕਰਾਂਗਾ, ਉਹਨੂੰ ਦਰੁਸਤ ਕਰਨੇ ਦੀ ਕੋਸ਼ਿਸ਼ ਕਰਾਂਗਾ। ਅੱਲਾਹ ਹਾਫਿਜ਼।